ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੰਜਵੇਂ ਭਾਗ ਅੰਦਰ ਇੰਦਰ ਸਿੰਘ ਘੱਗੇ ਦੀ ਉਸ ਦੂਸ਼ਿਤ ਸੋਚ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ, ਜਿਸ ਤਹਿਤ ਇਹਨੇ ਮਸਕੀਨ ਜੀ ਦੀ ਤਕਰੀਬਨ 50 ਸਾਲਾਂ ਦੀ ਕਥਾ ਦੁਆਰਾ ਕੀਤੀ ਸੰਗਤਾਂ ਦੀ ਸੇਵਾ, ਪੰਥਕ ਪਿਆਰ, ਪੰਥ ਪ੍ਰਸਤੀ ਤੇ ਪੰਥਕ ਚੇਤਨਾ ਨੂੰ ਮਿੱਟੀ ਘੱਟੇ ਰੋਲਣ ਲਈ ਮੂਰਖਤਾ ਦੀ ਹੱਦ ਹੀ ਮੁਕਾ ਦਿੱਤੀ ਹੈ। ਮਸਕੀਨ ਜੀ ਨੂੰ ਦੇਵੀ ਦੇਵਤਿਆਂ ਦਾ ਉਪਾਸ਼ਕ ਤੇ RSS ਦਾ ਪ੍ਰਚਾਰਕ ਗਰਦਾਨਣ ਲਈ ਹੱਦ ਦਰਜੇ ਦੀ ਕਮੀਨਗੀ ਦਾ ਸਬੂਤ ਦਿੱਤਾ ਹੈ। ਇਸ ਦੇ ਨਾਲ ਘੱਗੇ ਦੀ ਨਾਸਤਕਾਂ ਵਾਲੀ ਉਸ ਮਨਮੁਖੀ ਸੋਚ ਦਾ ਜ਼ਿਕਰ ਕਰਾਂਗਾ, ਜਿਸ ਕਰਕੇ ਇਹ ਪੁਨਰ ਜਨਮ ਤੇ ਮਰਨ ਤੋਂ ਬਾਅਦ ਰੂਹਾਂ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਗੁਰਬਾਣੀ ਦੇ ਇਸ ਸੰਬੰਧੀ ਸਦੀਵੀ ਸੱਚ ਨੂੰ ਝੁਠਲਾਉਣ ਲਈ ਸਾਖਤਾਂ ਵਾਲਾ ਪ੍ਰਚਾਰ ਕਰਦਾ ਹੈ ਅਤੇ ਮਸਕੀਨ ਜੀ ਨੂੰ ਗਲਤ ਸਿੱਧ ਕਰਨ ਦੀ ਗੁਸਤਾਖੀ ਤੇ ਉਤਰ ਆਉਂਦਾ ਹੈ। ਪਰ ਪਹਿਲਾਂ ਸਰਬੱਤ ਸੰਗਤਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਸਤੰਬਰ ਦੇ ਮਹੀਨੇ ਸਨ 1995 ਈਸਵੀ ਵਿੱਚ, ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ, ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਪੰਥ ਵੱਲੋਂ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖਾਂ ਦਾ ਇੱਕ ਇਕੱਠ ਵਿਸ਼ਵ ਸਿੱਖ ਸੰਮੇਲਨ ਦੇ ਰੂਪ ਵਿੱਚ ਬੁਲਾਇਆ ਗਿਆ ਸੀ, ਜਿਸ ਅੰਦਰ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਦੀਆਂ ਜਥੇਬੰਦੀਆਂ ਦੇ ਮੁਖੀ, ਪ੍ਰਤੀਨਿਧ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚੀਆਂ ਸਨ। ਇਹ ਸਮਾਗਮ ਤਕਰੀਬਨ 5 ਦਿਨ ਚੱਲਿਆ ਸੀ। ਇਸ ਵਿਸ਼ਵ ਸਿੱਖ ਸੰਮੇਲਨ ਵਿੱਚ ਉਸ ਸਮੇਂ ਹਾਲਾਤਾਂ ਨੂੰ ਤੇ ਦਰਪੇਸ਼ ਮੁਸ਼ਕਲਾਂ ਨੂੰ ਵਿਚਾਰਿਆ ਗਿਆ। ਕੌਮ ਦੇ ਚੰਗੇਰੇ ਭਵਿੱਖ ਲਈ ਅਨੇਕਾਂ ਵਿਚਾਰਾਂ ਦਾ ਮੰਥਨ ਕੀਤਾ ਗਿਆ। ਸੈਮੀਨਾਰ ਕਰਵਾਏ ਗਏ, ਵਿਚਾਰ ਗੋਸ਼ਟੀਆਂ ਹੋਈਆਂ, ਸ਼ਬਦ ਸੁਰਤ ਦੀ, ਗੁਰਮਤਿ ਦੀ ਸਿਧਾਂਤਕ ਜੀਵਨ ਜੁਗਤ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ, ਪੰਜ ਪ੍ਰਧਾਨੀ ਖਾਲਸੇ ਦੀ ਰਹਿਨਮਾਈ ਆਦਿ ਅਨੇਕਾਂ ਸਿਧਾਂਤਕ ਪੱਖ ਵਿਚਾਰੇ ਗਏ, ਤਾਂ ਕਿ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਅਗਵਾਈ ਹੇਠ ਪੂਰੇ ਸੰਸਾਰ ਵਿੱਚ ਸਵੈਮਾਨ ਨਾਲ ਚੱਲ ਸਕੇ ਅਤੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਦੇ ਸਿਧਾਂਤ ਅਨੁਸਾਰ ਸਰਬੱਤ ਦੇ ਭਲੇ ਦੇ ਲਕਸ਼ ਨੂੰ ਅਮਲੀ ਰੂਪ ਦੇ ਸਕੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਸਾਏ ਦੇ ਗੁਰੂ ਵਾਕ ਅਨੁਸਾਰ ਕੌਮ ਵਿੱਚ ਗੁਰੂ ਜੀ ਦੇ ਆਸ਼ੇ ਵਾਲੀ ਭਾਵਨਾ ਮੁਤਾਬਕ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਵਾਲੇ ਆਪਸੀ ਗੁਰਸਿੱਖੀ ਨਾਤੇ ਵਿੱਚ ਪਰਪੱਕਤਾ ਹੋਵੇ। ਸੈਮੀਨਾਰਾਂ ਵਿੱਚ ਕੌਮ ਦੀ ਪਛਾਣ ਤੇ ਹੱਕਾਂ ਦੀ ਰਾਖੀ ਲਈ ਵੀ ਵਿਚਾਰ ਮੰਥਨ ਹੋਏ। ਇਸੇ ਹੀ ਵਿਸ਼ਵ ਸਿੱਖ ਸੰਮੇਲਨ ਵਿੱਚ ਇਹ ਵਿਚਾਰ ਵੀ ਉੱਭਰ ਕੇ ਸਾਹਮਣੇ ਆਇਆ ਕਿ ਕੌਮ ਲਈ ਹੁਣ ਇੱਕ ਵਿਸ਼ਵ ਪ੍ਰਚਾਰਕ ਸੰਸਥਾ ਦੀ ਲੋੜ ਹੈ, ਜਿਸ ਵਿੱਚ ਸਾਰੇ ਪ੍ਰਚਾਰਕ, ਕਥਾਵਾਚਕ, ਰਾਗੀ ਜਥੇ, ਢਾਡੀ ਜਥੇ, ਗ੍ਰੰਥੀ ਸਹਿਬਾਨ ਸੰਗਠਿਤ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਅਨੁਸਾਰ ਦੇਸ਼ ਵਿਦੇਸ਼ ਗੁਰਮਤਿ ਦਾ ਪ੍ਰਚਾਰ ਕਰਨ। ਇਸ ਵਿਚਾਰ ਦੀ ਸੈਮੀਨਾਰ ਅੰਦਰ ਪ੍ਰੋੜਤਾ ਕੀਤੀ ਗਈ ਅਤੇ ਪਹਿਲੀ ਵਾਰ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਸ੍ਰੀ ਅੰਮ੍ਰਿਤਸਰ ਹੋਂਦ ਵਿੱਚ ਆਈ। ਗੁਰੂ ਪੰਥ ਦੀ ਇਸ ਮਹਾਨ ਸੰਸਥਾ ਦਾ ਵਿਧੀ ਵਿਧਾਨ ਉਲੀਕਿਆ ਗਿਆ। ਫਿਰ ਉੱਥੇ ਇਸ ਸੰਸਥਾ ਨੂੰ ਚਲਾਉਣ ਲਈ ਬਕਾਇਦਾ ਗੁਰਸਿੱਖਾਂ ਦੀ ਜੋ ਯੋਗ ਸਨ ਚੋਣ ਕੀਤੀ ਗਈ। ਪੰਥ ਪ੍ਰਸਿੱਧ ਰਾਗੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜ਼ਖਮੀ ਸਾਹਿਬ ਨੂੰ ਖਜ਼ਾਨਚੀ ਬਣਾਇਆ ਗਿਆ। ਗੁਰੂ ਪੰਥ ਦੇ ਮਹਾਨ ਕਥਾਵਾਚਕ ਸਤਿਕਾਰਤ ਗਿਆਨੀ ਦਲੀਪ ਸਿੰਘ ਜੀ ਦਰਦੀ ਨੂੰ ਜਨਰਲ ਸਕੱਤਰ ਦੀ ਸੇਵਾ ਮਿਲੀ ਅਤੇ ਵਿਸ਼ਵ ਪ੍ਰਸਿੱਧ ਸ਼ਖਸੀਅਤ ਮਾਨਯੋਗ
ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਇਸ ਮਹਾਨ ਸੰਸਥਾ ਦਾ ਪ੍ਰਧਾਨ ਥਾਪਿਆ ਗਿਆ, ਭਾਵ ਇਹ ਸੇਵਾਵਾਂ ਵੰਡੀਆਂ ਗਈਆਂ। ਸਾਰੇ ਸਰੋਤਿਆਂ ਨੂੰ ਯਾਦ ਰਹੇ ਕਿ ਮਾਨਯੋਗ ਮਸਕੀਨ ਜੀ ਇਸ ਸਮੇਂ ਵਿਦੇਸ਼ ਵਿੱਚ ਸਨ, ਜਦੋਂ ਉਹਨਾਂ ਨੂੰ ਗੁਰੂ ਪੰਥ ਨੇ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਇਹ ਮਹਾਨ ਸੇਵਾ ਬਖਸ਼ੀ। ਇਹਨਾਂ ਸਾਰੇ ਕਾਰਜਾਂ ਵਿੱਚ ਉਸ ਸਮੇਂ ਸ੍ਰੀ ਕੇਸਗੜ੍ਹ ਤਖਤ ਸਾਹਿਬ ਜੀ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਅਤੇ ਉਹਨਾਂ ਦੇ ਬਹੁਤ ਸਾਰੇ ਸਹਿਯੋਗੀ ਮੋਹਰੀ ਸਨ। ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੇ ਹੁਣ ਦੇ ਮੌਜੂਦਾ ਮੁਖੀ ਮਹਾਨ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਜੀ ਦਰਦੀ ਪ੍ਰਧਾਨ ਜੀ ਨੇ, ਗਿਆਨੀ ਜੋਗਿੰਦਰ ਸਿੰਘ ਜੀ ਆਜ਼ਾਦ ਜਨਰਲ ਸਕੱਤਰ ਨੇ, ਪ੍ਰਸਿੱਧ ਰਾਗੀ ਭਾਈ ਹਰਜੋਤ ਸਿੰਘ ਜੀ ਖਜ਼ਾਨਚੀ ਨੇ ਅਤੇ ਭਾਈ ਭੁਪਿੰਦਰ ਸਿੰਘ ਜੀ ਮੀਤ ਪ੍ਰਧਾਨ ਹਨ। ਮਸਕੀਨ ਜੀ ਦੇ ਅਕਾਲ ਚਲਾਣੇ ਤੱਕ, ਭਾਵ 2005 ਤੱਕ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੀਆਂ ਸੇਵਾਵਾਂ ਮਸਕੀਨ ਜੀ ਨਿਭਾਉਂਦੇ ਰਹੇ, ਜੋ 10 ਸਾਲਾਂ ਦਾ ਸਮਾਂ ਬਣਦਾ ਹੈ। ਹੁਣ ਇੰਦਰ ਸਿੰਘ ਘੱਗੇ ਨੂੰ ਪੁੱਛਣਾ ਬਣਦਾ ਹੈ ਕਿ ਕੀ ਦੇਵੀ ਦੇਵਤਿਆਂ ਦੇ ਉਪਾਸ਼ਕ ਤੇ RSS ਦੇ ਪ੍ਰਚਾਰਕ ਨੂੰ ਉਸ ਸਮੇਂ ਪ੍ਰਧਾਨ ਬਣਾਇਆ ਜਾ ਸਕਦਾ ਸੀ, ਜਦ ਕਿ 1995 ਈਸਵੀ ਦੇ ਸਮਿਆਂ ਤੱਕ ਸਾਰੀ ਕੌਮ ਸਿੱਖੀ ਜਜ਼ਬੇ ਨਾਲ ਭਰੀ ਹੋਈ ਸੀ, ਲਬਰੇਜ਼ ਸੀ। ਕੌਮ ਵਿੱਚ ਸਿੱਖੀ ਪਿਆਰ ਠਾਠਾਂ ਮਾਰਦਾ ਸੀ। ਕੌਮ ਰਾਜਸੀ ਆਗੂਆਂ ਦੇ ਵਖਰੇਵੇਂ ਤੇ ਭਾਵੇਂ ਝੱਲ ਰਹੀ ਸੀ, ਪਰ ਕੌਮ ਸਾਰੀ ਇਕਮੁੱਠ ਸੀ। ਧਾਰਮਿਕ ਖਿੱਚੋਤਾਣ ਨਹੀਂ ਸੀ। ਐਸੇ ਹਾਲਾਤ ਵਖਰੇਵਿਆਂ ਵਾਲੇ ਨਹੀਂ ਸਨ ਜੋ ਅੱਜ ਦੇ ਵਿਦਵਾਨਾਂ ਨੇ ਕੌਮ ਦੇ ਵਿੱਚ ਖਿੱਚੋਤਾਣ ਦੇ ਬਣਾ ਛੱਡੇ ਨੇ। ਘੱਗੇ ਨੂੰ ਪੁੱਛਣਾ ਬਣਦਾ ਹੈ, ਤੁਸੀਂ 1995 ਤੋਂ ਲੈ ਕੇ 2005 ਮਸਕੀਨ ਜੀ ਦੇ ਅਕਾਲ ਚਲਾਣੇ ਤੱਕ ਇਸ ਬਾਰੇ 10 ਸਾਲਾਂ ਵਿੱਚ ਕੋਈ ਵਿਰੋਧਤਾ ਜਾਂ ਰੋਸ ਕਿਉਂ ਨਾ ਵਿਖਾਇਆ? ਕਿਹੜੀਆਂ ਕੰਦਰਾਂ ਵਿੱਚ ਉਸ ਸਮੇਂ ਛੁਪੇ ਬੈਠੇ ਰਹੇ ਸੋ? ਅੱਜ ਤੁਸੀਂ ਮਸਕੀਨ ਜੀ ਨੂੰ ਪੰਥ ਵਿਰੋਧੀ ਦੱਸ ਰਹੇ ਹੋ। ਤੁਹਾਡੀ ਕਿਹੜੀ ਨੀਚਤਾਈ ਦਾ ਬਿਆਨ ਕਰਾਂ? ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਾਰੇ ਗੁਰੂ ਸਾਹਿਬਾਨ ਜੀ ਨੂੰ ਭਾਵਨਾ ਵਾਲੇ ਹਿੰਦੂ, ਮੁਸਲਮਾਨ, ਜੈਨੀ, ਬੋਧੀ ਪਿਆਰ ਕਰਦੇ ਤੇ ਆਪਣਾ ਮੰਨਦੇ ਹਨ। ਫਿਰ ਗੁਰੂ ਜੀ ਦੇ ਸਿੱਖ ਨੂੰ ਕਿਉਂ ਨਹੀਂ ਐਸਾ ਪਿਆਰ ਮਿਲ ਸਕਦਾ? ਮਿਲ ਸਕਦਾ ਹੈ। ਗੁਰੂਆਂ ਜੈਸਾ ਹਿਰਦਾ ਤਾਂ ਹੋਣਾ ਚਾਹੀਦਾ ਹੈ। ਸਾਰੀ ਮਨੁੱਖਤਾ ਦਾ ਪਿਆਰ ਪਾਉਣ ਲਈ ਤੁਸੀਂ ਵੀ ਆਪਣਾ ਕਿਰਦਾਰ ਬਣਾਓ। ਅੰਨੀ ਕੱਟੜਤਾ ਵਿੱਚੋਂ ਤੁਹਾਡੀ ਅਕਲ ਨਿਕਲੇਗੀ ਤਾਂ ਇਨਸਾਨੀਅਤ ਨਜ਼ਰ ਆਏਗੀ, ਨਹੀਂ ਤਾਂ ਆਖਰੀ ਦਮ ਤੱਕ ਕਲਪਦੇ ਹੋਏ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਓਗੇ। ਸੁਣਿਆ ਸੀ ਕਿ ਮੱਖੀ ਗੰਧ ਉੱਤੇ ਬੈਠਦੀ ਹੈ, ਪਰ ਤੁਸੀਂ ਤਾਂ ਆਪ ਹੀ ਨਿੰਦਿਆ ਦਾ ਗੰਧ ਖਿਲਾਰ ਕੇ ਉੱਤੇ ਬੈਠ ਗਏ। ਹਿੰਦੂਆਂ ਦੇ ਇਸ਼ਟ ਕਾਲਪਨਿਕ ਨੇ ਜਾਂ ਯਥਾਰਥਿਕ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਗੁਰਬਾਣੀ ਅੰਦਰ ਉਹਨਾਂ ਦੇ ਪ੍ਰਚਲਿਤ ਕਰਤੱਵਾਂ ਨੂੰ ਵਿਚਾਰ ਚਰਚਾ ਵਿੱਚ ਲਿਆਂਦਾ ਗਿਆ ਹੈ ਤੇ ਇੱਕ ਅਕਾਲ ਪੁਰਖ ਜੀ ਦੇ ਟਾਕਰੇ ਤੇ ਉਹਨਾਂ ਨੂੰ ਸਧਾਰਨ ਮਨੁੱਖਾਂ ਵਾਂਗ ਦੁੱਖਾਂ ਸੁੱਖਾਂ ਵਿੱਚੋਂ ਲੰਘਦੇ ਡੋਲਦੇ ਦਰਸਾਇਆ ਗਿਆ ਹੈ। ਸ੍ਰੀ ਰਾਮਚੰਦਰ ਨੇ ਆਪਣੇ ਛੋਟੇ ਜਿਹੇ ਰਾਜ ਵਿੱਚ ਉਸ ਸਮੇਂ ਜੋ ਰਹਿਣ ਸਹਿਣ ਦੇ ਢੰਗ ਬਣਾਏ, ਮਰਿਆਦਾ ਬਣਾਈ ਹੋਵੇਗੀ, ਤਾਂ ਪ੍ਰਚਲਿਤ ਉਹਨਾਂ ਦਾ ਨਾਮ ਹੋ ਗਿਆ ਮਰਿਆਦਾ ਪੁਰਸ਼ੋਤਮ। ਇਹ ਨਾਮ ਬੋਲਣ ਨਾਲ ਘੰਟਿਆਂ ਬੱਧੀ ਪ੍ਰਸ਼ੰਸਾ ਕਿਵੇਂ ਹੋ ਗਿਆ? ਫਿਰ ਤਾਂ ਭਗਤ ਕਬੀਰ ਜੀ ਤੇ ਵੀ ਇਲਜ਼ਾਮ ਲਾਵੇਂਗਾ ਕਿ ਉਹਨਾਂ ਨੇ ਪਰਮਾਤਮਾ ਨੂੰ ਗਰੀਬ ਨਵਾਜ ਦਰਸਾਉਣ ਲਈ ਆਪਣੇ ਇੱਕ ਸ਼ਬਦ ਦੇ ਅੰਦਰ ਸ੍ਰੀ ਕ੍ਰਿਸ਼ਨ ਦੇ ਗਰੀਬ ਬਿਦਰ ਨਾਲ ਪਿਆਰ ਕਰਨ ਦੇ ਸੁਭਾਅ ਨੂੰ ਕਿਉਂ ਲਿਖਿਆ ਹੈ? ਮਾਰੂ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1105 ਉੱਪਰ ਦਰਜ ਹੈ।
ਰਾਜਨ ਕੌਣ ਤੁਮਾਰੇ ਆਵੈ। ਪ੍ਰੋਫੈਸਰ ਸਾਹਿਬ ਸਿੰਘ ਜੀ ਇਹਨਾਂ ਪੰਕਤੀਆਂ ਦੇ ਅਰਥ ਕਰਦੇ ਹਨ। ਰਾਜਨ ਕੌਣ ਤੁਮਾਰੇ ਆਵੈ, ਹੇ ਰਾਜਾ ਦੁਰਯੋਧਨ ਤੇਰੇ ਘਰ ਕੌਣ ਆਵੇ, ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ। ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹ ਭਾਵੈ ਰਹਾਓ। ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗਰੀਬ ਵੀ ਮੈਨੂੰ ਪਿਆਰਾ ਲੱਗਦਾ ਹੈ ਰਹਾਓ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੂੰ ਹਾਥੀ ਆਦਿਕ ਵੇਖ ਕੇ ਮਾਣ ਵਿੱਚ ਆ ਕੇ ਖੁੰਝ ਗਿਆ ਹੈ, ਪਰਮਾਤਮਾ ਨੂੰ ਭੁਲਾ ਬੈਠਾ ਹੈ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਇੱਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ। ਇਹ ਪਾਣੀ ਮੈਨੂੰ ਅੰਮ੍ਰਿਤ ਦਿਸਦਾ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਬਿਦਰ ਦੇ ਘਰ ਦਾ ਰਿੱਝਾ ਹੋਇਆ ਸਾਗ ਤੇਰੀ ਰਸੋਈ ਦੀ ਪੱਕੀ ਖੀਰ ਵਰਗਾ ਮੈਨੂੰ ਮਿੱਠਾ ਲੱਗਦਾ ਹੈ, ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ ਰਾਤ ਪ੍ਰਭੂ ਦੇ ਗੁਣ ਗਾਉਂਦਿਆਂ ਬੀਤੀ ਹੈ। ਕਬੀਰ ਕੋ ਠਾਕੁਰ ਆਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ। ਜਿਵੇਂ ਉਸਨੇ ਕ੍ਰਿਸ਼ਨ ਰੂਪ ਵਿੱਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ। ਹੁਣ ਨਾਲ ਹੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਵੀ ਭੰਡਣਾ ਸ਼ੁਰੂ ਕਰੇਗਾ ਤੇ ਸੋਸ਼ਲ ਮੀਡੀਆ ਤੇ ਅਪਲੋਡ ਕਰੇਗਾ ਕਿ ਹਿੰਦੂਆਂ ਦੇ ਇਸ਼ਟ ਸ੍ਰੀ ਕ੍ਰਿਸ਼ਨ ਨੂੰ ਵੇਖੋ, ਪ੍ਰੋਫੈਸਰ ਸਾਹਿਬ ਸਿੰਘ ਦਰਪਣ ਅੰਦਰ ਰੱਬ ਰੂਪ ਲਿਖ ਗਿਆ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਬ੍ਰਾਹਮਣਵਾਦ ਹੀ ਫੈਲਾਉਂਦਾ ਰਿਹਾ ਹੈ। ਅਸਲ ਵਿੱਚ ਤੁਹਾਨੂੰ ਗੁਰਬਾਣੀ ਦੇ ਨਾ ਸਿਧਾਂਤਾਂ ਦੀ ਸਮਝ ਹੈ, ਨਾ ਗੁਰਬਾਣੀ ਦੀ ਭਾਵਨਾ ਦੀ। ਪੂਰੇ ਨਾਸਤਿਕ ਬੰਦੇ ਰੱਬ ਦੀ ਹਸਤੀ ਤੇ ਹੋਂਦ ਤੋਂ ਇਨਕਾਰੀ ਹਨ ਤੇ ਰੱਬ ਦੀ ਹੋਂਦ ਦੇ ਸਬੂਤ ਮੰਗਦੇ ਹਨ ਜੋ ਦਿੱਤੇ ਨਹੀਂ ਕਦੇ ਜਾ ਸਕਦੇ। ਤੇ ਨਾਸਤਿਕ ਆਖਦੇ ਹਨ ਕਿ ਰੱਬ ਕਲਪਨਾ ਹੈ ਤੇ ਇਹ ਕਲਪਨਾ ਕਮਜ਼ੋਰ ਮਨ ਵਾਲੇ ਬੰਦਿਆਂ ਨੇ ਬਣਾ ਰੱਖੀ ਹੈ। ਤੇ ਘੱਗਾ ਜੀ ਤੁਸੀਂ ਅਰਧ ਨਾਸਤਿਕ ਹੋ, ਜੋ ਰੱਬ ਦੀ ਹੋਂਦ ਤਾਂ ਮੰਨਦੇ ਹੋ ਪਰ ਦਿਸਦੇ ਸੰਸਾਰ ਤੋਂ ਇਲਾਵਾ ਅਦ੍ਰਿਸ਼ ਰੱਬੀ ਨਿਜ਼ਾਮ ਨੂੰ ਨਹੀਂ ਮੰਨਦੇ। ਜੇ ਪੂਰੇ ਨਾਸਤਿਕਾਂ ਨੂੰ ਰੱਬ ਦੀ ਹੋਂਦ ਹਸਤੀ ਨਹੀਂ ਵਿਖਾਈ ਜਾ ਸਕਦੀ, ਕੋਈ ਸਬੂਤ ਨਹੀਂ ਦਿੱਤਾ ਜਾ ਸਕਦਾ, ਤਾਂ ਤੁਹਾਨੂੰ ਅਰਧ ਨਾਸਤਿਕਾਂ ਨੂੰ ਰੂਹਾਂ, ਪੁਨਰ ਜਨਮ, ਜੂਨਾਂ, ਆਵਾਗਾਉਣ ਕਿੱਥੇ ਵਿਖਾਇਆ ਜਾ ਸਕਦਾ ਹੈ ਤੇ ਕਿਹੜਾ ਸਬੂਤ ਦਿੱਤਾ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਕੂਕ ਕੂਕ ਕੇ ਕਹਿ ਰਹੇ ਹਨ ਕਿ ਰੱਬ ਹੈ ਤੇ ਉਹ ਵੀ ਇੱਕ ਹੈ, ਪਰ ਨਾਸਤਿਕ ਅੱਜ ਤੱਕ ਮੰਨਣ ਲਈ ਤਿਆਰ ਨਹੀਂ, ਪ੍ਰਤੱਖ ਪ੍ਰਮਾਣ ਮੰਗਦੇ ਹਨ। ਇੰਜ ਹੀ ਗੁਰੂ ਗ੍ਰੰਥ ਸਾਹਿਬ ਜੀ ਕੂਕ ਕੂਕ ਕੇ ਰੂਹਾਂ, ਪੁਨਰ ਜਨਮ, ਆਵਾਗਾਉਣ, ਜੂਨਾਂ, ਸੰਜੋਗ ਵਿਜੋਗ ਬਾਰੇ ਦੱਸ ਰਹੇ ਹਨ, ਪਰ ਤੁਹਾਡਾ ਅਰਧ ਨਾਸਤਿਕ ਮਨ ਇਹਨਾਂ ਨੂੰ ਮੰਨਣ ਤੋਂ ਇਨਕਾਰੀ ਹੈ ਤੇ ਸਬੂਤ ਮੰਗਦਾ ਹੈ। ਤੇ ਸਿਰਫ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਦਾ ਵਿਸ਼ਵਾਸੀ ਹੈ। ਗੁਰੂ ਜੀ ਦਾ ਬਚਨ ਹੈ, ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਪ੍ਰੋਫੈਸਰ ਸਾਹਿਬ ਸਿੰਘ ਦਰਪਣ ਅੰਦਰ ਅਰਥ ਲਿਖਦੇ ਹਨ, ਹੇ ਭਾਈ, ਮਾਂ ਪਿਓ, ਇਸਤਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ, ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ ਇੱਥੇ ਮਿਲ ਪਏ ਹਨ। ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ ਬਣਦਾ। ਤੇ ਬਾਬਾ ਫਰੀਦ ਜੀ ਆਪਣੇ ਇੱਕ ਸ਼ਲੋਕ ਵਿੱਚ ਬੋਲ ਰਹੇ ਹਨ, ਫਰੀਦਾ ਮਹਿਲ ਨਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇਨੇ ਮਾਣੀਆਂ, ਬੈਸਨ ਰੂਹਾਂ ਮਲ। ਪ੍ਰੋਫੈਸਰ ਸਾਹਿਬ ਸਿੰਘ ਜੀ ਇਸ ਸ਼ਲੋਕ ਦੇ ਅਰਥ ਲਿਖਦੇ ਹਨ, ਹੇ ਫਰੀਦ, ਮੌਤ ਆਉਣ ਤੇ
ਮਹਿਲ ਮਾੜੀਆਂ ਸੁੰਨੀਆਂ ਰਹਿ ਜਾਂਦੀਆਂ ਹਨ। ਧਰਤੀ ਹੇਠ ਕਬਰ ਵਿੱਚ ਡੇਰਾ ਲਾਉਣਾ ਪੈਂਦਾ ਹੈ। ਉਹਨਾਂ ਕਬਰਾਂ ਵਿੱਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ, ਰੂਹਾਂ ਸਦਾ ਲਈ ਜਾ ਬੈਠਣਗੀਆਂ, ਕਿਉਂਕਿ ਉਹਨਾਂ ਦਾ ਇਸਲਾਮੀ ਵਿਚਾਰ ਹੈ ਤੇ ਵਿਸ਼ਵਾਸ ਹੈ ਕਿ ਕਿਆਮਤ ਦੇ ਦਿਨ ਰੂਹਾਂ ਨੇ ਆਪਣਾ ਲੇਖਾ ਦੇਣਾ ਹੈ। ਇਸਲਾਮੀ ਵਿਸ਼ਵਾਸ ਅਨੁਸਾਰ ਇਹਨਾਂ ਰੂਹਾਂ ਦਾ ਕਬਰਾਂ ਕੋਲ ਬੈਠ ਕੇ ਕਿਆਮਤ ਵਾਲੇ ਦਿਨ ਤੱਕ ਦਾ ਇੰਤਜ਼ਾਰ ਕਰਨਾ ਮੰਨਿਆ ਗਿਆ ਹੈ। ਰੂਹਾਂ ਦੀ ਹੋਂਦ ਸੰਬੰਧੀ ਇਹ ਸ਼ਲੋਕ ਤੁਹਾਡੀ ਨਜ਼ਰ ਕਿਉਂ ਨਹੀਂ ਪਿਆ ਜੋ ਗੁਰਬਾਣੀ ਵਿੱਚ ਸ਼ਾਮਲ ਹੈ? ਅਖੇ ਮਸਕੀਨ ਨੇ ਤਾਂ ਪੁਨਰ ਜਨਮ ਦਾ ਅੰਧ ਵਿਸ਼ਵਾਸ ਫੈਲਾਇਆ ਹੈ। ਤੁਸੀਂ ਪੂਰਬਲੇ ਜਨਮ ਜਾਂ ਰੂਹਾਂ ਬਾਰੇ ਗੁਰਬਾਣੀ ਦੇ ਸੱਚ ਨੂੰ ਜੇ ਨਹੀਂ ਮੰਨਦੇ ਤਾਂ ਆਪਣੀ ਵਸੀਅਤ ਲਿਖ ਕੇ ਆਪਣੇ ਬੱਚਿਆਂ ਨੂੰ ਦੇ ਜਾਇਓ ਕਿ ਮੇਰਾ ਅਖੰਡ ਪਾਠ ਜਾਂ ਸਹਿਜ ਪਾਠ ਨਾ ਕਰਿਓ, ਨਾ ਕਰਵਾਇਓ, ਤੇ ਨਾ ਹੀ ਅੰਤਮ ਅਰਦਾਸ ਕਰਵਾਇਓ, ਕਿਉਂਕਿ ਇਹ ਪੁਜਾਰੀਵਾਦ ਦਾ ਪੈਦਾ ਕੀਤਾ ਹੋਇਆ ਪਾਖੰਡ ਹੈ। ਬਲਕਿ ਆਪਣੇ ਬਾਕੀ ਸਾਥੀਆਂ ਨੂੰ ਵੀ ਇਹੋ ਜਿਹੀ ਵਸੀਅਤ ਲਿਖਣ ਲਈ ਹੁਣੇ ਹੀ ਪ੍ਰੇਰਨਾ ਦੇ ਦਿਓ ਤੇ ਨਵਾਂ ਗਿਆਨ ਜਨਮ ਲੈ ਲਵੇ। ਚੰਗੀਆਂ ਮਾੜੀਆਂ ਰੂਹਾਂ ਦੇ ਜਨਮ ਦੀ ਉਡੀਕ ਨੂੰ ਰੱਦ ਕਰਦਿਆਂ ਤੁਸੀਂ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਦੀ ਉਦਾਹਰਨ ਦਿੰਦੇ ਹੋ ਕਿ ਮਾੜੇ ਚੰਗੇ ਸੁਭਾਵ ਮਾਹੌਲ ਦੀ ਦੇਣ ਹੁੰਦੇ ਹਨ। ਮਾਹੌਲ ਤਾਂ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਲਈ ਗੁਰੂ ਘਰ ਦਾ ਇੱਕੋ ਜਿਹਾ ਸੀ। ਫਿਰ ਇਸ ਦਾ ਇਹ ਸਿੱਟਾ ਨਹੀਂ ਨਿਕਲਦਾ ਕਿ ਕੋਈ ਗੁਰੂ ਘਰ ਜਨਮ ਲੈ ਕੇ ਵੀ ਜੇਕਰ ਕੋਈ ਕਪਟੀ ਹੋਵੇਗਾ ਤਾਂ ਉਹ ਕੱਖੋਂ ਹੌਲਾ ਹੋ ਜਾਏਗਾ। ਇਹ ਵੀ ਇੱਕ ਸਿੱਖਾਂ ਨੂੰ ਸਬਕ ਸੀ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਕਬੀਰ ਜੀ ਦੀਆਂ ਇਹਨਾਂ ਪੰਕਤੀਆਂ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ, ਜਿਸ ਕੁਲ ਵਿੱਚ ਗਿਆਨ ਦੀ ਵਿਚਾਰ ਕਰਨ ਵਾਲਾ ਕੋਈ ਪੁੱਤਰ ਨਹੀਂ ਜੰਮਿਆ, ਉਸ ਦੀ ਮਾਂ ਰੰਡੀ ਕਿਉਂ ਨਾ ਹੋ ਗਈ। ਗੁਰੂ ਰਾਮਦਾਸ ਜੀ ਮਹਾਰਾਜ ਆਪ ਵੀ ਜੈਸਰੀ ਰਾਗ ਅੰਦਰ ਫਰਮਾਉਂਦੇ ਹਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਪ੍ਰੋਫੈਸਰ ਸਾਹਿਬ ਸਿੰਘ ਜੀ ਅਨੁਸਾਰ ਅਰਥ ਹੈ ਕਿ ਹੇ ਭਾਈ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ, ਉਹਨਾਂ ਦੀ ਮਾਂ ਨੂੰ ਹਰੀ ਪਰਮਾਤਮਾ ਬਾਂਝ ਹੀ ਕਰ ਦਿਆ ਕਰੇ ਤਾਂ ਚੰਗਾ ਹੈ। ਇੱਥੇ ਮਾਂ ਦਾ ਤੁਸੀਂ ਵਿਗਿਆਨਕ ਅਰਥ ਖਿੱਚ ਧੂ ਕੇ ਮੱਤ ਕਰੋਗੇ ਤਾਂ ਮੱਤ ਤਾਂ ਪਹਿਲਾਂ ਹੀ ਉਸ ਮਨੁੱਖ ਦੀ ਬਾਂਝ ਹੋਈ ਹੈ, ਦੁਬਾਰਾ ਬਾਂਝ ਕੀ ਹੋਣੀ ਸੀ। ਪਰ ਤੁਸੀਂ ਰੂਹਾਂ ਦੇ ਜਨਮ ਦੀ ਉਡੀਕ ਨੂੰ ਰੱਦ ਕਰਨ ਲਈ ਕੋਈ ਵੀ ਸਾਇੰਸ ਘੜ ਸਕਦੇ ਹੋ। ਤੁਹਾਡੇ ਕਪਟੀ ਮਨ ਵਿੱਚੋਂ ਨਿਕਲਿਆ ਇਹ ਵੀ ਸਫੈਦ ਝੂਠ ਹੈ ਕਿ ਮਸਕੀਨ ਜੀ ਕਹਿੰਦੇ ਨੇ ਕਿ ਮੇਰੀ ਕਥਾ ਦੇਵਤੇ ਤੇ ਫਰਿਸ਼ਤੇ ਸੁਣਨ ਆਉਂਦੇ ਨੇ। ਉਹ ਭਲਿਆ, ਮਸਕੀਨ ਜੀ ਤਾਂ ਕਹਿੰਦੇ ਸੀ ਕਿ ਧਾਰਮਿਕ ਅਸਥਾਨਾਂ, ਗੁਰਦੁਆਰੇ, ਮੰਦਰ, ਮਸਜਿਦਾਂ ਵਿੱਚ ਉਹ ਨੇਕ ਰੂਹਾਂ ਹੁੰਦੀਆਂ ਨੇ ਜੋ ਰੱਬ ਨੂੰ ਮਿਲਣਾ ਚਾਹੁੰਦੀਆਂ ਸਨ, ਪਰ ਅਧਵਾਟੇ ਗੱਲ ਰਹਿ ਗਈ। ਰੱਬ ਵਿੱਚ ਅਭੇਦ ਨਾ ਹੋ ਸਕੀਆਂ। ਨਵੇਂ ਜਨਮ ਦਾ ਫਿਰ ਇੰਤਜ਼ਾਰ ਕਰਦੀਆਂ ਨੇ। ਧਿਆਨ ਨਾਲ ਕੈਸਟ ਫਿਰ ਸੁਣੋ। ਉਹਨਾਂ ਕਿਹਾ ਕਿ ਗਿਆਨੀ ਬਲਵਿੰਦਰ ਸਿੰਘ ਕੈਨੇਡਾ ਵਾਲਿਆਂ ਨੇ ਮੈਨੂੰ ਕਿਹਾ ਸੀ, ਪਰ ਮੈਨੂੰ ਨਹੀਂ ਦਿਸੇ। ਤੁਹਾਡੀ ਅਰਧ ਕਾਮਰੇਡੀ ਅਕਲ ਤੁਹਾਡੇ ਰਾਹ ਵਿੱਚ ਰੋੜਾ ਬਣੀ ਹੋਈ ਹੈ, ਹੋਰ ਕੋਈ ਗੱਲ ਨਹੀਂ। ਜਪਜੀ ਸਾਹਿਬ ਅੰਦਰ ਕਰਮਖੰਡ ਭਾਵ ਬਖਸ਼ਿਸ਼ ਪ੍ਰਾਪਤ ਅਵਸਥਾ ਰੂਹਾਨੀ ਪੜਾਅ ਪੜ੍ਹੋ ਤਾਂ ਸਹੀ ਇਸ ਅਵਸਥਾ ਵਾਲੇ ਦੀ ਸੁਰਤ ਰੰਗ ਤੇ ਆਨੰਦ ਮਾਣਦੀ ਹੋਈ ਕਿੰਨੀ ਬਲਵਾਨ ਹੋ ਜਾਂਦੀ ਹੈ, ਤੁਹਾਨੂੰ ਫਿਰ ਪਤਾ ਲੱਗੇਗਾ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਿਆ ਭਰਪੂਰ। ਉਂਝ ਮਸਕੀਨ ਜੀ ਇਸ ਅਵਸਥਾ ਦੇ ਮਾਲਕ ਸਨ ਤੇ ਤੁਸੀਂ ਸਿਰਫ ਗਿਆਨ ਦੀਆਂ ਪੰਡਾਂ ਦੇ ਬੋਝ ਥੱਲੇ ਦੱਬੇ ਰਹਿੰਦੇ ਹੋ। ਮਸਕੀਨ ਜੀ ਤੁਹਾਡੀ ਸ਼ੰਕਾਵਾਦੀ ਅਕਲ ਦੀ ਸਮਝ ਵਿੱਚ ਨਹੀਂ ਆ ਸਕਦੇ। ਤੁਹਾਨੂੰ ਮੁਗਾਲਤਾ ਲੱਗ ਗਿਆ ਹੈ ਕਿ ਗੁਰਬਾਣੀ ਗੁਰਮਤ ਦੀ ਆਖਰੀ ਸਮਝ ਮੈਨੂੰ ਹੀ ਹੈ ਤੇ ਮੇਰੇ ਤੋਂ ਬਾਅਦ ਗੁਰਮਤ ਗਿਆਨ ਮੁੱਕ ਜਾਂਦਾ ਹੈ। ਇਸ ਲਈ ਮਸਕੀਨ ਜੀ ਦੀਆਂ ਲਿਖਤਾਂ ਤੇ ਕਥਾ ਸਮਝਣ ਵਿੱਚ ਤੁਹਾਨੂੰ ਟਪਲੇ ਲੱਗ ਰਹੇ ਹਨ ਤੇ ਤੁਸੀਂ ਉਹਨਾਂ ਨੂੰ ਭੰਡਣ
ਨਿੰਦਣ ਤੇ ਗੁਰਮਤ ਵਿਰੋਧੀ ਦਰਸਾਉਣ ਲਈ ਝੂਠ ਦਾ ਸਹਾਰਾ ਲੈ ਕੇ ਕਮੀਨਾਪਣ ਕਰ ਗਏ ਹੋ। ਚੰਦ ਵੱਲ ਮੂੰਹ ਕਰਕੇ ਥੁੱਕਣ ਵਾਲਿਆਂ ਦੇ ਆਪਣੇ ਹੀ ਮੂੰਹ ਲਿਬੜ ਜਾਇਆ ਕਰਦੇ ਹਨ। ਬਾਕੀ ਅਗਲੇ ਭਾਗ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।